ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਲ ਟਾਈਮ ਲਰਨਰ ਉੱਪਰ। MCQ ਟੈਸਟ ਸੀਰੀਜ਼ ਦਾ ਅੱਜ 13ਵਾਂ ਟੈਸਟ ਲੈ ਕੇ ਹਾਜ਼ਰ ਹਾਂ ਜੀ। ਇਸ ਤੋਂ ਪਹਿਲਾਂ ਅਸੀਂ ਵੱਖ-ਵੱਖ ਟੌਪਿਕ ਦੇ ਬਾਰੇ ਲੈਕਚਰ ਵੀਡੀਓ ਦੇ ਟੈਸਟ ਸਾਡੇ ਚੈਨਲ ਉੱਪਰ ਅਪਲੋਡ ਕਰ ਚੁੱਕੇ ਹਾਂ। ਉਮੀਦ ਹੈ ਕਿ ਤੁਸੀਂ ਦੇਖ ਲਏ ਹੋਣਗੇ। ਜੇ ਅਜੇ ਨਹੀਂ ਦੇਖੇ ਤਾਂ ਉਹਨਾਂ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਅੱਜ ਦੇ ਟੈਸਟ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੇ ਤੁਹਾਡੇ ਜਿੰਨੇ ਮਾਰਕਸ ਬਣੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੈਸਟ। ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਕੁਐਸਚਨ ਹੈ ਜੀ, ਸਾਹਿਤ ਦਾ ਸੁਭਾਅ ਹੁੰਦਾ ਹੈ ਸਮਾਜਵਾਦੀ, ਬੀ ਆਪਸ਼ਨ ਰੂਪਾਤਮਕ, ਸੀ ਆਪਸ਼ਨ ਸਰਚਨਾਤਮਕ, ਡੀ ਆਪਸ਼ਨ ਉਪਰੋਕਤ ਸਾਰੇ। ਸਾਹਿਤ ਦੇ ਸੁਭਾਅ ਦੇ ਵਿੱਚ ਸਮਾਜਵਾਦੀ ਵੀ ਹੁੰਦਾ, ਰੂਪਾਤਮਕ ਵੀ ਹੁੰਦਾ ਤੇ ਸਰਚਨਾਤਮਕ ਵੀ ਹੁੰਦਾ। ਇਸ ਲਈ ਦਾ ਸਹੀ ਉੱਤਰ ਹੋਊਗਾ ਜਿਹੜਾ ਡੀ ਆਪਸ਼ਨ ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਜੀ। ਦੂਸਰਾ ਸਾਡੇ ਕੋਲ ਇੱਕ ਕੁਐਸਚਨ ਹੈ ਜੀ, ਸਾਹਿਤ ਕਿਹੜੀ ਕਲਾ ਹੈ? ਆਪਸ਼ਨ ਹੈ ਜੀ ਏ ਉਪਯੋਗੀ, ਬੀ ਆਪਸ਼ਨ ਵਿਆਖਿਆਤਮਕ, ਸੀ ਆਪਸ਼ਨ ਸ਼ਾਬਦਿਕ ਤੇ ਡੀ ਆਪਸ਼ਨ ਪ੍ਰਾਥਮਿਕ ਸਿਰਜਣ। ਸਾਹਿਤ ਨੂੰ ਜੇ ਕਲਾ ਵਜੋਂ ਦੇਖਣਾ ਹੋਵੇ ਤਾਂ ਸਾਹਿਤ ਹੈ ਜਿਹੜਾ ਇੱਕ ਸ਼ਾਬਦਿਕ ਕਲਾ ਗਾ। ਸ਼ਬਦਾਂ ਦੇ ਨਾਲ ਸਾਹਿਤ ਦੀ ਸਿਰਜਣਾ ਹੁੰਦੀ ਹੈਗੀ, ਇਸ ਨੂੰ ਸ਼ਬਦਿਕ ਕਲਾ ਕਿਹਾ ਜਾ ਸਕਦਾ। ਸੀ ਆਪਸ਼ਨ ਸ਼ਾਬਦਿਕ ਇਸ ਦਾ ਸਹੀ ਉੱਤਰ ਹੈ ਜੀ। ਪ੍ਰੋਫੈਸਰ ਪੂਰਨ ਸਿੰਘ ਨੇ ਕਿਸ ਨੂੰ ਕਲਾ ਨਹੀਂ ਮੰਨਿਆ, ਸਿਰਫ ਭਗਤੀ ਮੰਨਿਆ ਹੈ? ਹੇਠਾਂ ਲਿਖਿਆਂ ਦੇ ਵਿੱਚੋਂ ਦੱਸਣਾ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਕਿਸ ਨੂੰ ਕਲਾ ਨਹੀਂ ਮੰਨਿਆ। ਪਹਿਲਾ ਆਪਸ਼ਨ ਹੈ ਜੀ ਸਾਹਿਤ ਨੂੰ, ਦੂਸਰਾ ਆਪਸ਼ਨ ਹੈ ਜੀ ਨ੍ਰਿਤਕਾਰੀ ਨੂੰ, ਤੀਸਰਾ ਆਪਸ਼ਨ ਹੈ ਜੀ ਬੁੱਤਕਾਰੀ ਨੂੰ, ਚੌਥਾ ਆਪਸ਼ਨ ਹੈ ਜੀ ਚਿੱਤਰਕਾਰੀ ਨੂੰ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਬੁੱਤਕਾਰੀ ਨੂੰ ਕਲਾ ਨਹੀਂ ਮੰਨਿਆਗਾ, ਸਿਰਫ ਭਗਤੀ ਮੰਨਿਆ ਹੈ। ਸੀ ਆਪਸ਼ਨ ਬੁੱਤਕਾਰੀ। ਚੌਥਾ ਕੁਐਸਚਨ ਹੈ ਸਾਡੇ ਕੋਲੇ, ਉੱਠ ਜਾ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ, ਜਿਹੜੀ ਕਾਫੀ ਹੈ ਕਿਸ ਦੀ ਲਿਖੀ ਹੋਈ ਹੈ? ਸਾਡੇ ਕੋਲੇ ਆਪਸ਼ਨ ਹੈ ਜੀ ਬੁੱਲੇ ਸ਼ਾਹ, ਬੀ ਆਪਸ਼ਨ ਸ਼ਾਹ ਹੁਸੈਨ ਜੀ ਤੇ ਸੀ ਆਪਸ਼ਨ ਸੁਲਤਾਨ ਬਾਹੂ ਤੇ ਡੀ ਆਪਸ਼ਨ ਫਰਦ ਫਕੀਰ। ਇਹਦਾ ਸਹੀ ਉੱਤਰ ਹੈ ਜਿਹੜੀ ਇਹ ਕਾਫੀ ਹੈ ਜੀ, ਉੱਠ ਜਾ ਘਰਾੜੇ ਮਾਰ ਨਹੀਂ, ਬਾਬਾ ਬੁੱਲੇ ਸ਼ਾਹ ਜੀ ਦੀ ਲਿਖੀ ਹੋਈ ਹੈ। ਇਹ ਆਪਸ਼ਨ ਬਾਬਾ ਬੁੱਲੇ ਸ਼ਾਹ ਜੀ ਇਸ ਦਾ ਸਹੀ ਉੱਤਰ ਹੈ ਜੀ। ਅੱਗੇ ਜੀ ਪੰਜਵਾਂ ਕੁਐਸਚਨ ਸਾਡੇ ਕੋਲੇ, ਪਛਲੇਰੇ ਮੁਗਲ ਕਾਲ ਵਿੱਚ ਕਾਫੀ ਨੂੰ ਬੇਹੱਦ ਮਕਬੂਲ ਕਿਸ ਸ਼ਾਇਰ ਨੇ ਬਣਾਇਆ? ਪਹਿਲਾ ਆਪਸ਼ਨ ਹੈ ਜੀ ਸੁਲਤਾਨ ਬਾਹੂ ਨੇ, ਦੂਸਰਾ ਗੁਲਾਮ ਫਰੀਦ ਨੇ, ਤੀਸਰਾ ਫਰਦ ਫਕੀਰ ਨੇ ਤੇ ਚੌਥਾ ਬੁੱਲੇ ਸ਼ਾਹ ਜੀ ਨੇ। ਪਛਲੇਰੇ ਮੁਗਲ ਕਾਲ ਦਾ ਜਿਹੜਾ ਮਕਬੂਲ ਸੂਫੀ ਸ਼ਾਇਰ ਹੈ ਜਿਹੜਾ ਬਾਬਾ ਬੁੱਲੇ ਸ਼ਾਹ ਜੀ ਨੇ, ਤੇ ਉਹਨਾਂ ਨੇ ਕਾਫੀ ਕਾਵਿ ਦੀ ਵਰਤੋਂ ਕੀਤੀ ਹੈ ਤੇ ਕਾਫੀ ਨੂੰ ਬਹੁਤ ਮਕਬੂਲ ਬਣਾਉਣ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈਗਾ ਬਾਬਾ ਬੁੱਲੇ ਸ਼ਾਹ ਜੀ। ਇਹਦਾ ਸਹੀ ਉੱਤਰ ਡੀ ਆਪਸ਼ਨ ਬਾਬਾ ਬੁੱਲੇ ਸ਼ਾਹ ਜੀ। ਨਿਰੰਜਨ ਤਸਨੀਮ ਦੀ ਸਵੈ ਜੀਵਨੀ ਹੈ। ਇਹ ਲਿਖਿਆਂ ਦੇ ਵਿੱਚੋਂ ਦੱਸਣਾ ਕਿ ਨਿਰੰਜਨ ਤਸਨੀਮ ਦੀ ਜਿਹੜੀ ਸਵੈ ਜੀਵਨੀ ਕਿਹੜੀ ਹੈ? ਸਾਡੇ ਕੋਲੇ ਆਪਸ਼ਨ ਨੇ ਜੀ ਪਹਿਲਾ ਰੇਤਸ਼ਲ, ਦੂਸਰਾ ਆਇਨੇ ਦੇ ਰੂਬਰੂ, ਤੀਸਰਾ ਕਸਕ ਤੇ ਚੌਥਾ ਹਨੇਰਾ ਹੋਣ ਤੱਕ। ਇੱਥੇ ਰੇਤਸ਼ਲ ਉਹਨਾਂ ਦਾ ਲਿਖਿਆ ਹੋਇਆ ਨਾਵਲ ਹੈ ਜੀ, ਕਸਕ ਵੀ ਨਿਰੰਜਨ ਤਸਨੀਮ ਜੀ ਦਾ ਲਿਖਿਆ ਹੋਇਆ ਨਾਵਲ ਹੈ ਤੇ ਹਨੇਰਾ ਹੋਣ ਤੱਕ ਵੀ। ਤੇ ਜਿਹੜੀ ਆਇਨੇ ਦੇ ਰੂਬਰੂ ਬੀ ਆਪਸ਼ਨ ਉਹਨਾਂ ਦੀ ਸਵੈ ਜੀਵਨੀ ਹੈ। ਸਹੀ ਉੱਤਰ ਹੈ ਜੀ ਆਇਨੇ ਦੇ ਰੂਬਰੂ। ਸੱਤਵਾਂ ਸਾਡੇ ਕੋਲ ਇੱਕ ਕੁਐਸਚਨ ਹੈ ਜੀ, ਮੁੱਖ ਰੂਪ ਦੇ ਵਿੱਚ ਪੰਜਾਬੀ ਕਿੱਸੇ ਨੇ ਜਿਹੜੇ ਕਿਸ ਸੰਦ ਦੇ ਵਿੱਚ ਰਚੇ ਗਏ ਨੇ? ਇਹ ਆਪਸ਼ਨ ਹੈ ਜੀ ਸਿਰਖੰਡੀ, ਬੀ ਆਪਸ਼ਨ ਨਿਸ਼ਾਨੀ, ਸੀ ਆਪਸ਼ਨ ਬੈਂਤ ਤੇ ਦਵਈਏ ਤੇ ਡੀ ਆਪਸ਼ਨ ਉਪਰੋਕਤ ਸਾਰਿਆਂ ਦੇ ਵਿੱਚ। ਇੱਥੇ ਮੁੱਖ ਰੂਪ ਦੇ ਵਿੱਚ ਪੁੱਛਿਆ ਗਿਆ, ਇਸ ਲਈ ਪੰਜਾਬੀ ਦੇ ਵਿੱਚ ਜਿਹੜੇ ਕਿੱਸੇ ਲਿਖੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਬੈਂਤ ਤੇ ਦਵਈਏ ਛੰਦ ਦੀ ਵਰਤੋਂ ਕੀਤੀ ਲਈ। ਇਸ ਲਈ ਸਹੀ ਉੱਤਰ ਹੋਊਗਾ ਜੀ ਬੈਂਤ ਤੇ ਦਵਈਏ। ਕਿੱਸੇ ਨੂੰ ਚਿੱਠਾ ਕਿਹਾ ਜਾਂਦਾ ਹੈ? ਕਿਸ ਇਲਾਕੇ ਦੇ ਵਿੱਚ ਕਿੱਸੇ ਨੂੰ ਚਿੱਠਾ ਕਿਹਾ ਜਾਂਦਾ ਹੈ? ਸਾਡੇ ਕੋਲੇ ਆਪਸ਼ਨ ਹੈ ਜੀ ਦੁਆਬੇ ਦੇ ਵਿੱਚ, ਪੁਆਧ ਦੇ ਵਿੱਚ, ਪੋਠੋਹਾਰੀ ਇਲਾਕੇ ਦੇ ਵਿੱਚ ਕਿ ਮਾਲਵੇ ਦੇ ਵਿੱਚ। ਕਿੱਸੇ ਨੂੰ ਜਿਹੜਾ ਚਿੱਠਾ ਮਾਲਵੇ ਦੇ ਇਲਾਕੇ ਦੇ ਵਿੱਚ ਕਿਹਾ ਜਾਂਦਾ, ਇਸ ਲਈ ਸਹੀ ਉੱਤਰ ਡੀ ਆਪਸ਼ਨ ਮਾਲਵੇ ਦੇ ਵਿੱਚ। ਅੱਗੇ ਹੈ ਜੀ ਸਾਡੇ ਕੋਲੇ 9ਵਾਂ ਕੁਐਸਚਨ,
सहहरफी तो भाव है 20 अखरी, 10 अखरी, 30 अखरी के 25 अखरी। ਅਸੀਂ ਜਾਣਦੇ ਹਾਂ कि ਜਿਹੜਾ सहहरफी है ਇਹ ਫਾਰਸੀ ਵਰਨਮਾਲਾ ਦੇ ਅੱਖਰਾਂ ਤੇ ਆਧਾਰਿਤ ਹੈ ਤੇ ਉਸਦੇ ਵਿੱਚ 30 ਅੱਖਰ ਹੁੰਦੇ ਨੇ, ਇਸ ਲਈ 30 ਅੱਖਰੀ ਵੀ ਕਿਹਾ ਜਾਂਦਾ। ਇਹਦੇ ਨਾਲ ਮਿਲਦੇ ਜੁਲਦੇ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਲਿਪੀ ਦੇ ਆਧਾਰ ਤੇ ਪੱਟੀ ਮਿਲਦਾ ਹੈ ਜੀ, ਪੱਟੀ ਮਿਲਦੀ ਆ। ਤੇ ਇਸ ਤੋਂ ਬਿਨਾਂ ਹਿੰਦੀ ਦੇ ਵਿੱਚ ਦੇਵਨਾਗਰੀ ਲਿਪੀ ਦੇ ਆਧਾਰਿਤ ਜਿਹੜੀ 52 ਅੱਖਰੀ ਵੀ ਮਿਲਦੀ ਹੈਗੀ। ਉਸੇ ਤਰ੍ਹਾਂ ਹੀ सहहरफी 52 ਅੱਖਰੀ। ਅੱਗੇ ਹੈ ਜੀ ਕਾਦਰ ਯਾਰ ਦਾ ਪੂਰਨ ਭਗਤ ਲਿਖਿਆ ਗਿਆ ਹੈ ਬੈਂਤ ਦੇ ਵਿੱਚ, ਦੋਹਰੇ ਦੇ ਵਿੱਚ, सहहरफियां ਦੇ ਵਿੱਚ ਤੇ ਕਵਿਤੇ ਦੇ ਵਿੱਚ। ਇਹਦਾ ਸਹੀ ਉੱਤਰ ਜਿਹੜਾ ਪੂਰਨ ਭਗਤ ਦਾ ਕਿੱਸਾ ਲਿਖਿਆ ਗਿਆ ਕਾਦਰ ਯਾਰ ਦੇ ਦੁਆਰਾ ਉਹ सहहरफियां ਦੇ ਵਿੱਚ ਲਿਖਿਆ ਗਿਆ। ਸੀ ਆਪਸ਼ਨ सहहरफियां ਦੇ ਵਿੱਚ। ਇੱਕ ਹੋਰ ਛੰਦ ਦੀ ਵਰਤੋਂ ਵੀ ਹੋਈ ਆ ਪਰ ਜ਼ਿਆਦਾ सहहरफियां ਦੇ ਵਿੱਚ ਵੀ ਲਿਖਿਆ ਗਿਆ। ਅੱਗੇ ਵਧਣ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਹੋ ਜਾਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਜੇ ਤੁਹਾਡਾ ਸਾਥ ਹੋਵੇਗਾ ਤਾਂ ਅਸੀਂ ਹੋਰ ਜ਼ਿਆਦਾ ਮਿਹਨਤ ਤੇ ਹੋਰ ਨਵੇਂ ਤਰੀਕਿਆਂ ਦੇ ਨਾਲ ਤਿਆਰੀ ਕਰਾ ਸਕਾਂਗੇ। ਅੱਗੇ 11ਵਾਂ ਸਾਡੇ ਕੋਲ ਇੱਕ ਕੁਐਸਚਨ ਹੈ ਜੀ ਜੰਗਨਾਮੇ ਦੀ ਬਿਰਤਾਂਤਕ ਸਮੱਗਰੀ ਹੁੰਦੀ ਹੈ ए ऑप्शन ਸਾਹਿਤ, बी ऑप्शन ਧਰਮ, सी ऑप्शन ਇਤਿਹਾਸ ਤੇ डी ऑप्शन ਨਾਇਕ। ਜੰਗਨਾਮੇ ਦੇ ਵਿੱਚ ਜਿਹੜੀ ਬਿਰਤਾਂਤਕ ਸਮੱਗਰੀ ਲਈ ਜਾਂਦੀ ਉਹ ਜ਼ਿਆਦਾਤਰ ਇਤਿਹਾਸ ਤੋਂ ਲਈ ਜਾਂਦੀ ਹੈ। ਕਿਸੇ ਨਾ ਕਿਸੇ ਇਤਿਹਾਸਿਕ ਘਟਨਾ ਤੇ ਆਧਾਰਿਤ ਹੁੰਦਾ ਗਾ ਜੰਗਨਾਮਾ। ਇਤਿਹਾਸਿਕ ਜੰਗ ਦੇ ਉੱਤੇ ਜਿਵੇਂ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਇੱਕ ਇਤਿਹਾਸਿਕ ਦੇ ਵਿੱਚੋਂ ਲਈ ਗਈ ਘਟਨਾ ਗੀ, ਇੱਕ ਇਤਿਹਾਸਿਕ ਯੁੱਧ ਦਾ ਵਰਣਨ ਮਿਲਦਾ ਗਾ। ਇਸੇ ਤਰ੍ਹਾਂ ਜਿਹੜੀ ਚੰਡੀ ਦੀ ਵਾਰ ਆ ਗਈ ਉਹ ਮਿਥਿਹਾਸ ਦੇ ਉੱਤੇ ਆਧਾਰਿਤ ਆ ਗਈ ਪਰ ਜੰਗਨਾਮੇ ਜਿਹੜੇ ਇਤਿਹਾਸਿਕ ਤੇ ਆਧਾਰਿਤ ਹੁੰਦੇ ਨੇ ਇਸ ਲਈ ਬਿਰਤਾਂਤ ਦੀ ਸਮੱਗਰੀ ਇਤਿਹਾਸ ਦੇ ਵਿੱਚੋਂ ਲਈ ਜਾਂਦੀ ਹੈਗੀ। ਅੱਗੇ ਜੀ ਲੇਖ ਹੁੰਦਾ ਹੈ ਇਹ ਆਪਸ਼ਨ ਗੰਭੀਰ, बी ऑप्शन ਅਨਿਯਮਤ, सी ऑप्शन ਵਿਸ਼ੇਗਤ ਤੇ डी ऑप्शन ਬੌਧਿਕ। ਇਹਦਾ ਸਹੀ ਉੱਤਰ ਲੇਖ ਹੈ ਜਿਹੜਾ बी ऑप्शन ਅਨਿਯਮਤ ਹੁੰਦਾ ਹੈ। ਅੱਗੇ ਜੀ 13ਵਾਂ ਸਾਡੇ ਕੋਲ ਇੱਕ ਕੁਐਸਚਨ ਨਿਬੰਧ ਆਮ ਕਰਕੇ ਕਿਹੜੀ ਸ਼ੈਲੀ ਵਿੱਚ ਲਿਖੇ ਜਾਂਦੇ ਨੇ। ਨਿਬੰਧ ਜਾਂ ਲੇਖ ਕਿਹੜੀ ਸ਼ੈਲੀ ਦੇ ਵਿੱਚ ਲਿਖੇ ਜਾਂਦੇ ਨੇ। ਪਹਿਲਾ ਆਪਸ਼ਨ ਹੈ ਜੀ ਭਾਵ ਪ੍ਰਧਾਨ, ਦੂਸਰਾ ਜੀ ਵਿਚਾਰ ਪ੍ਰਧਾਨ, ਸੀ ਆਪਸ਼ਨ ਹੈ ਜੀ ਕਲਪਨਾ ਪ੍ਰਧਾਨ ਤੇ ਇਹ ਸਭ ਡੀ ਆਪਸ਼ਨ ਇਹ ਸਭ ਗਲਤ ਹਨ। ਇਹਦਾ ਸਹੀ ਉੱਤਰ ਹੈ ਜਿਹੜਾ ਨਿਬੰਧ ਜਾਂ ਲੇਖ ਨੇ ਜਿਹੜੇ ਉਹਨਾਂ ਦੇ ਵਿੱਚ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈਗੀ। ਇਹਦਾ ਸਹੀ ਉੱਤਰ ਹੈ ਬੀ ਆਪਸ਼ਨ ਵਿਚਾਰ ਪ੍ਰਧਾਨ। ਜਿਹੜੇ ਭਾਵ ਤੇ ਕਲਪਨਾ ਨੇ ਇਹ ਜ਼ਿਆਦਾਤਰ ਨੇ ਜਿਹੜੇ ਕਵਿਤਾ ਦੇ ਵਿੱਚ ਇਹਨਾਂ ਦੀ ਪ੍ਰਧਾਨਤਾ ਹੁੰਦੀ ਹੈ ਕਿ ਕਵਿਤਾ ਦੇ ਜ਼ਰੂਰੀ ਤੱਤ ਨੇ ਇਹ ਕਲਪਨਾ ਤੇ ਭਾਵ, ਪਰ ਨਿਬੰਧ ਦੇ ਵਿੱਚ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਅੱਗੇ ਜੀ 14ਵਾਂ ਸਾਡੇ ਕੋਲ ਕੁਐਸਚਨ ਪੁੰਦਰੀਕ ਤੇ ਸਪਤ ਸਿੰਘ ਦਾ ਕਰਤਾ ਹੈ। ਜਿਹੜੀਆਂ ਦੋ ਵਾਰਤਕ ਰਚਨਾਵਾਂ ਮਿਲਦੀਆਂ ਨੇ ਪੁੰਦਰੀਕ ਤੇ ਸਪਤ ਸਿੰਘ ਦਾ ਕਰਤਾ ਕੌਣ ਹੈ ਜੀ। ਸਾਹਿਬ ਸਿੰਘ, ਸਰਦਾਰ ਕਪੂਰ ਸਿੰਘ, ਭਾਈ ਵੀਰ ਸਿੰਘ ਤੇ ਕਰਮ ਸਿੰਘ ਹਿਸਟੋਰੀਅਨ। ਇਹਦਾ ਸਹੀ ਉੱਤਰ ਹੈ ਜੀ ਜਿਹੜਾ ਪੁੰਦਰੀਕ ਹੈ ਜੀ ਇਹ ਸਾਹਿਬ ਸਿੰਘ ਜੀ ਦਾ ਵੀ ਮਿਲਦਾ ਗਾ ਪਰ ਇਹਨਾਂ ਦਾ ਲਿਖਿਆ ਸਪਤ ਸਿੰਘ ਰਚਨਾ ਨਹੀਂ ਮਿਲਦੀ ਗੀ। ਤੇ ਪੁੰਦਰੀਕ ਤੇ ਸਪਤ ਸਿੰਘ ਦੋਨੋਂ ਰਚਨਾਵਾਂ ਨੇ ਜਿਹੜੀਆਂ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ। ਇਹ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਰਦਾਰ ਕਪੂਰ ਸਿੰਘ। ਅੱਗੇ ਜੀ ਗਵਾਚੇ ਅਰਥ ਨਰਿੰਜਨ ਤਸਨੀਮ ਦੇ ਲਿਖੇ ਆਪਣੇ ਕਿਸ ਨਾਵਲ ਦਾ ਸੀਕੁਅਲ ਹਨ। ਗਵਾਚੇ ਅਰਥ ਨਰਿੰਜਨ ਤਸਨੀਮ ਜੀ ਦਾ ਲਿਖਿਆ ਹੋਇਆ ਬਹੁਤ ਮਸ਼ਹੂਰ ਨਾਵਲ ਹੈ ਜੀ। ਉਸ ਦਾ ਅਗਲਾ ਭਾਗ ਸੀ ਜਿਹੜਾ ਉਹ ਕਿਹੜਾ ਗਾ ਸੀਕੁਅਲ ਕਿਹੜਾ ਨਾਵਲ ਆ ਗਈ ਜੀ ਉਹਨਾਂ ਜਦੋਂ ਸਵੇਰ ਹੋਈ ਇਹ ਆਪਸ਼ਨ, ਬੀ ਆਪਸ਼ਨ ਕਸਕ ਤੇ ਸੀ ਆਪਸ਼ਨ ਰੇਤਸ਼ਲ ਤੇ ਡੀ ਆਪਸ਼ਨ ਹਨੇਰਾ ਹੋਣ ਤੱਕ। ਇਹ ਜਿਹੜੇ ਚਾਰੇ ਨਾਵਲ ਨੇ ਇਹ ਨਰਿੰਜਨ ਤਸਨੀਮ ਜੀ ਦੇ ਲਿਖੇ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਗਵਾਚੇ ਅਰਥ ਦਾ ਜਿਹੜਾ ਅਗਲਾ ਸੀਕੁਅਲ ਹੈ ਜਿਹੜਾ ਉਹ ਹੈਗਾ ਜੀ ਇਹ ਆਪਸ਼ਨ ਜਦੋਂ ਸਵੇਰ ਹੋਈ। ਇਹਦਾ ਸਹੀ ਉੱਤਰ ਹੈ ਜੀ। ਅੱਗੇ ਜਸਵੰਤ ਸਿੰਘ ਕੰਵਲ ਦਾ ਕਿਹੜਾ ਨਾਵਲ ਸ਼ਹਿਰ ਮੱਧ ਸ਼੍ਰੇਣੀ ਜੀਵਨ ਉੱਤੇ ਇੱਕ ਵਿਅੰਗ ਹੈ। ਆਪਸ਼ਨ ਹੈ ਜੀ ਇਹ ਸਿਵਲ ਲਾਈਨਜ਼, ਬੀ ਤਸਾਲੀ ਦੀ ਹੰਸੋ, ਸੀ ਜੰਗਲ ਦੇ ਸ਼ੇਰ ਤੇ ਡੀ ਪੂਰਨਮਾਸੀ।
ਇਹਨਾਂ ਦੇ ਵਿੱਚੋਂ ਜਿਹੜੇ ਚਾਰੇ ਨਾਵਲ ਨੇ ਜਸਵੰਤ ਸਿੰਘ ਕੰਵਲ ਜੀ ਦੇ ਲਿਖੇ ਹੋਏ ਨੇ, ਇਹਨਾਂ ਦੇ ਵਿੱਚ ਜਿਹੜਾ ਸਿਵਲ ਲਾਈਨ ਜਿਹੜਾ ਨਾਵਲ ਹੈਗਾ ਉਹ ਸ਼ਹਿਰੀ ਮੱਧ ਸ਼੍ਰੇਣੀ ਜੀਵਨ ਦੇ ਉੱਤੇ ਇੱਕ ਵਿਅੰਗ ਕਰਦਾ ਹੈਗਾ। ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ, ਸਿਵਲ ਲਾਈਨ ਜਿਹਦਾ ਸਹੀ ਉੱਤਰ ਹੈ ਜੀ। ਅੱਗੇ ਸਾਡੇ ਕੋਲ 17ਵਾਂ ਕੁਐਸਚਨ, ਆਈ.ਸੀ. ਨੰਦਾ ਦਾ ਸਾਹਿਤਕ ਜਾਨ ਸਿੰਘ ਕਿਸ ਨੂੰ ਮੰਨਦੇ ਹਨ? ਕਿਸ ਨੂੰ ਮੰਨਿਆ ਜਾਂਦਾ ਹੈ? ਜਾਂ ਆਪਸ਼ਨ ਹੈ ਜੀ ਬਲਵੰਤ ਗਾਰਗੀ ਜੀ ਨੂੰ, ਸੰਤ ਸਿੰਘ ਸੇਖੋਂ ਜੀ ਨੂੰ, ਡਾਕਟਰ ਹਰਸ਼ਰਨ ਸਿੰਘ ਜੀ ਨੂੰ ਤੇ ਹਰਚਰਨ ਸਿੰਘ ਜੀ ਨੂੰ। ਇਹਦਾ ਸਹੀ ਉੱਤਰ ਹੈ ਜੀ ਆਈ.ਸੀ. ਨੰਦਾ ਦਾ ਜਿਹੜਾ ਸਾਹਿਤਕ ਜਾਨ ਸੀ ਨਾ ਹਰਚਰਨ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ। ਅੱਗੇ 18ਵਾਂ ਸਾਡੇ ਕੋਲ ਕੁਐਸਚਨ ਹੈ ਜੀ, ਇੱਕ ਹੋਰ ਨਵਾਂ ਸਾਲ ਕਿਸ ਨਾਵਲਕਾਰ ਦੀ ਪ੍ਰਸਿੱਧ ਰਚਨਾ ਹੈ? ਇੱਕ ਹੋਰ ਨਵਾਂ ਸਾਲ ਇੱਕ ਬਹੁਤ ਪ੍ਰਸਿੱਧ ਰਚਨਾ ਗੀ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਵਿੱਚ ਇਸ ਨੂੰ 10ਵੀਂ ਕਲਾਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਗਾ। ਇੱਕ ਹੋਰ ਨਵਾਂ ਸਾਲ ਨਾਵਲ ਨੂੰ, ਇਹ ਕਿਸ ਦੇ ਲਿਖਿਆ ਹੋਇਆ ਨਾਵਲ ਹੈ? ਸਾਡੇ ਕੋਲ ਆਪਸ਼ਨ ਹੈ ਜੀ ਸ਼ਮਸ਼ੇਰ ਸਿੰਘ ਅਸ਼ੋਕ, ਨਾਨਕ ਸਿੰਘ, ਨਰਿੰਜਨ ਤਸਨੀਮ ਤੇ ਅੰਮ੍ਰਿਤਾ ਪ੍ਰੀਤਮ। ਇਹਦਾ ਸਹੀ ਉੱਤਰ ਹੈ ਜੀ ਇੱਕ ਹੋਰ ਨਵਾਂ ਸਾਲ ਹੈ ਜਿਹੜਾ ਨਰਿੰਜਨ ਤਸਨੀਮ ਜੀ ਦਾ ਲਿਖਿਆ ਹੋਇਆ ਨਾਵਲ ਹੈ। ਅੱਗੇ ਜੀ ਦੁਆਬੇ ਦਾ ਪ੍ਰਸਿੱਧ ਨਾਟਕਕਾਰ ਇਕਾਂਗੀਕਾਰ ਹੈ। ਇਹ ਆਪਸ਼ਨ ਹੈ ਜੀ ਗੁਲਜ਼ਾਰ ਸਿੰਘ ਸੰਧੂ, ਬੀ ਆਪਸ਼ਨ ਹੈ ਜੀ ਡਾਕਟਰ ਚਰਨਦਾਸ ਸਿੱਧੂ, ਸੀ ਆਪਸ਼ਨ ਹੈ ਜੀ ਅਜਮੇਰ ਸਿੰਘ ਤੇ ਡੀ ਆਪਸ਼ਨ ਹੈ ਜੀ ਆਤਮਜੀਤ ਸਿੰਘ। ਇਹਦਾ ਸਹੀ ਉੱਤਰ ਹੈ ਜੀ ਜਿਹੜਾ ਦੁਆਬੇ ਦਾ ਪ੍ਰਸਿੱਧ ਨਾਟਕਕਾਰ ਇਕਾਂਗੀਕਾਰ ਹੈ ਡਾਕਟਰ ਚਰਨਦਾਸ ਸਿੱਧੂ ਜੀ ਹਨ। ਅੱਗੇ ਜੀ ਰੇਤੇ ਦੀ ਇੱਕ ਮੁੱਠੀ ਕਿਸ ਦੀ ਰਚਨਾ ਹੈ? ਸਾਡੇ ਕੋਲ ਆਪਸ਼ਨ ਹੈ ਜੀ ਏ ਰਾਮ ਸਰੂਪ ਅਣਖੀ, ਬੀ ਆਪਸ਼ਨ ਹੈ ਜੀ ਪ੍ਰੋਫੈਸਰ ਗੁਰਦਿਆਲ ਸਿੰਘ ਤੇ ਸੀ ਆਪਸ਼ਨ ਹੈ ਜੀ ਦਲੀਪ ਕੌਰ ਟਿਵਾਣਾ ਤੇ ਡੀ ਆਪਸ਼ਨ ਹੈ ਜੀ ਅਜੀਤ ਕੌਰ। ਰੇਤੇ ਦੀ ਮੁੱਠੀ ਜਿਹੜੀ ਰਚਨਾ ਗਈ ਉਹ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦੀ ਲਿਖੀ ਹੋਈ ਹੈ। ਸੋ ਇਹ ਸੀ ਅੱਜ ਦਾ ਟੈਸਟ ਜੀ। ਅੱਜ ਦੇ ਟੈਸਟ ਤੋਂ ਤੁਹਾਡੇ ਕਿੰਨੇ ਮਾਰਕਸ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ।